Hello students, in this video lecture series we will learn C programming language ਜਿਹਦਾ ਸਿਲੇਬਸ ਹੋਏਗਾ ਡਿਪਲੋਮਾ ਇਨ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ PSBT ਦੇ ਅਕੋਰਡਿੰਗ। ਸੋ ਸ਼ੁਰੂ ਕਰਦੇ ਹਾਂ। ਇਸ ਵੀਡੀਓ ਲੈਕਚਰ ਦੇ ਵਿੱਚ ਅਸੀਂ ਇਹ ਟੌਪਿਕ ਡਿਸਕਸ ਕਰਾਂਗੇ। ਸੋ ਕੁਐਸਚਨ ਹੈ ਕੰਪਿਊਟਰ ਪ੍ਰੋਗਰਾਮਿੰਗ ਲੈਂਗੁਏਜ, ਕੰਪਿਊਟਰ ਲੈਂਗੁਏਜ ਹੁੰਦੀ ਕੀ ਹੈ। ਉਸ ਤੋਂ ਪਹਿਲਾਂ ਕੁਐਸਚਨ ਹੈ ਕਿ ਲੈਂਗੁਏਜ ਕੀ ਹੁੰਦੀ ਹੈ। ਲੈਂਗੁਏਜ ਅਸੀਂ ਯੂਜ਼ ਕਰਦੇ ਹਾਂ ਫॉर ਕਮਿਊਨੀਕੇਸ਼ਨ। ਜੇ ਦੋ ਪਰਸਨ ਨੇ ਕਮਿਊਨੀਕੇਟ ਕਰਨਾ ਆ ਤਾਂ ਦੋ ਗੱਲਾਂ ਧਿਆਨ ਰੱਖੋ। ਨੰਬਰ 1 ਕਿ ਦੋਨਾਂ ਨੂੰ ਇੱਕ ਕਾਮਨ ਲੈਂਗੁਏਜ ਆਉਂਦੀ ਹੋਣੀ ਚਾਹੀਦੀ ਆ। ਸੈਕਿੰਡ, ਉਸ ਕਾਮਨ ਲੈਂਗੁਏਜ ਦੀ ਗ੍ਰਾਮਰ ਦੋਨਾਂ ਨੂੰ ਆਉਂਦੀ ਹੋਣੀ ਚਾਹੀਦੀ ਆ। ਹੁਣ ਗੱਲ ਕਰਦੇ ਹਾਂ ਕੰਪਿਊਟਰ ਲੈਂਗੁਏਜ ਦੀ। ਇੱਕ ਸਿਨੈਰੀਓ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਯੂਜ਼ਰ ਆ ਸਾਡੇ ਕੋਲ, ਉਹਨੂੰ ਇੰਗਲਿਸ਼ ਲੈਂਗੁਏਜ ਆਉਂਦੀ ਆ। ਉਹਨੇ ਇੱਕ ਕੰਪਿਊਟਰ ਨੂੰ ਕੋਈ ਟਾਸਕ ਦੇਣਾ ਆ, ਕੋਈ ਕੰਮ ਦੇਣਾ ਆ। ਸਾਨੂੰ ਪਤਾ ਆ ਕੰਪਿਊਟਰ ਨੋਜ਼ ਬਾਈਨਰੀ ਲੈਂਗੁਏਜ ਵਿਚ ਇਜ਼ ਇਨ ਦਾ ਫਾਰਮ ਆਫ 0 and 1। ਹੁਣ ਦੇਖੋ, ਅਸੀਂ ਡਿਸਕਸ ਕੀਤਾ ਸੀ ਕਿ ਲੈਂਗੁਏਜ ਦੇ ਲਈ ਦੋਨਾਂ ਪਾਰਟੀਜ਼ ਦਾ ਕਾਮਨ ਲੈਂਗੁਏਜ ਹੋਣਾ ਜ਼ਰੂਰੀ ਆ। ਬਟ ਇੱਥੇ ਕੀ ਆ, ਇੱਕ ਇੰਗਲਿਸ਼ ਲੈਂਗੁਏਜ ਆ, ਸੈਕਿੰਡ ਹੈਗੀ ਬਾਈਨਰੀ ਲੈਂਗੁਏਜ। ਸੋ ਸਾਨੂੰ ਕੀ ਕਰ ਸਕਦੇ ਹਾਂ ਅਸੀਂ, ਜਿਹੜਾ ਅਸੀਂ ਟਾਸਕ ਦੇਣਾ ਆ। ਫॉर एग्जांपल आवर टास्क इज़ स्केयर ऑफ 2116। ਇਹਨੂੰ ਕਨਵਰਟ ਕਰੀਏ ਬਾਈਨਰੀ ਲੈਂਗੁਏਜ ਦੇ ਵਿੱਚ, ਜਿਹੜਾ ਕਿ ਪ੍ਰੈਕਟੀਕਲੀ ਪੋਸੀਬਲ ਨਹੀਂ ਹੈਗਾ। ਸਾਨੂੰ ਹਰ ਕਰੈਕਟਰ ਨੂੰ, ਹਰ ਡਿਜਿਟ ਨੂੰ ਉਹਦੇ ਬਾਈਨਰੀ ਫਾਰਮ ਦੇ ਵਿੱਚ ਲਿਖਣਾ ਪਏਗਾ, ਜਿਹੜਾ ਕਿ ਬਹੁਤ ਪ੍ਰੈਕਟੀਕਲੀ ਪੋਸੀਬਲ ਟਾਸਕ ਨਹੀਂ ਹੈਗਾ, ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਆ। ਪਲੱਸ ਅਸੀਂ ਇਹਨੂੰ ਰਿਮੈਂਬਰ ਵੀ ਨਹੀਂ ਕਰ ਸਕਦੇ। ਸੋ ਸਾਡੇ ਕੋਲ ਸੈਕਿੰਡ ਆਪਸ਼ਨ ਕੀ ਆ ਕਿ ਜਿਹੜਾ ਯੂਜ਼ਰ ਆ ਉਹ ਇੱਕ ਪ੍ਰੋਗਰਾਮਿੰਗ ਲੈਂਗੁਏਜ ਸਿੱਖੇ। ਪ੍ਰੋਗਰਾਮਿੰਗ ਲੈਂਗੁਏਜ ਕੀ ਹੁੰਦੀ ਆ, ਇੱਕ ਹਾਈ ਲੈਵਲ ਲੈਂਗੁਏਜ ਹੁੰਦੀ ਆ, ਜਿਹਨੂੰ ਸਿੱਖ ਕੇ ਅਸੀਂ ਪ੍ਰੋਗਰਾਮ ਲਿਖ ਸਕਦੇ ਹਾਂ। ਪ੍ਰੋਗਰਾਮ ਕੀ ਆ, ਸੈਟ ਆਫ ਇੰਸਟਰਕਸ਼ਨਸ ਨੇ। ਇੰਸਟਰਕਸ਼ਨਸ ਕੀ ਹੋਣਗੀਆਂ, ਟੂ ਫਾਈਂਡ ਦਾ ਸਕੇਅਰ ਆਫ 2116। ਇਹਦਾ ਸਕੇਅਰ ਨੂੰ ਫਾਈਂਡ ਕਰਨ ਦੀਆਂ ਇੰਸਟਰਕਸ਼ਨਸ ਹੋਣਗੀਆਂ। ਐਗਜ਼ਾਮਪਲ ਆਪਾਂ ਲੈਂਦੇ ਹਾਂ, ਇਹ ਕੋਈ ਕੋਡਿੰਗ ਲੈਂਗੁਏਜ ਨਹੀਂ ਹੈ, ਜਸਟ ਤੁਹਾਨੂੰ ਦੱਸਣ ਲਈ ਹੈ ਕਿ ਇੱਦਾਂ ਆਪਾਂ ਲਿਖਦੇ ਹਾਂ। ਇਹਦੇ ਵਿੱਚ ਕੀ ਕੀਤਾ ਹੋਇਆ ਕਿ ਅਸੀਂ 2116 ਨੂੰ ਕਿਸੇ ਮੈਮਰੀ ਲੋਕੇਸ਼ਨ 'ਤੇ ਸੇਵ ਕੀਤਾ, ਉਹਦਾ ਨਾਮ A ਆ। ਉਸ ਤੋਂ ਬਾਅਦ ਉਸ ਮੈਮਰੀ ਲੋਕੇਸ਼ਨ 'ਤੇ ਜੋ ਵੈਲਿਊ ਸੀਗੀ 2116, ਉਹਦਾ ਸਕੇਅਰ ਕੀਤਾ। ਸਕੇਅਰ ਕਰਨ ਤੋਂ ਬਾਅਦ ਉਹਨੂੰ ਇੱਕ ਨਵੀਂ ਮੈਮਰੀ ਲੋਕੇਸ਼ਨ 'ਤੇ ਅਸੀਂ ਸਟੋਰ ਕੀਤਾ, ਉਹਦਾ ਨਾਮ ਦਿੱਤਾ B। ਦੈਨ ਅਸੀਂ ਉਸ ਮੈਮਰੀ ਲੋਕੇਸ਼ਨ 'ਚ ਜੋ ਵੈਲਿਊ ਸੀਗੀ ਉਹਨੂੰ ਸਕਰੀਨ 'ਤੇ ਡਿਸਪਲੇ ਕਰਵਾ ਰਹੇ ਹਾਂ। ਜ਼ਿਆਦਾ ਇੱਥੇ ਕਨਫਿਊਜ਼ ਹੋਣ ਦੀ ਲੋੜ ਨਹੀਂ, ਸਿਰਫ ਇੱਕ ਐਗਜ਼ਾਮਪਲ ਸੀਗੀ। ਹੁਣ ਕੁਐਸਚਨ ਸੇਮ ਆ, ਸਾਡਾ ਕੰਪਿਊਟਰ ਅੰਡਰਸਟੈਂਡ ਕਰਦਾ ਆ ਬਾਈਨਰੀ ਲੈਂਗੁਏਜ, ਲੋ ਲੈਵਲ ਲੈਂਗੁਏਜ ਜਾਂ ਮਸ਼ੀਨ ਲੈਵਲ ਲੈਂਗੁਏਜ, ਤਿੰਨੋਂ ਸੇਮ ਆ। ਬਟ ਆਪਣੇ ਕੋਲ ਇੱਥੇ ਕੀ ਹਾਈ ਲੈਵਲ ਲੈਂਗੁਏਜ ਆ, ਜਿਹੜੀ ਕਿ ਬਾਈਨਰੀ ਨਹੀਂ ਹੈਗੀ। ਤਾਂ ਸਾਨੂੰ ਇੱਕ ਸਟੈਪ ਹੋਰ ਕਰਨਾ ਪਏਗਾ। ਵੀ ਹੈਵ ਟੂ ਕਨਵਰਟ ਦਿਸ ਕੋਡ ਇਨਟੂ ਬਾਈਨਰੀ ਲੈਂਗੁਏਜ ਯੂਜ਼ਿੰਗ ਕੰਪਾਈਲਰ। ਕੰਪਾਈਲਰ ਦਾ ਕੰਮ ਕੀ ਆ, ਹਾਈ ਲੈਵਲ ਲੈਂਗੁਏਜ ਨੂੰ, ਮਤਲਬ ਪ੍ਰੋਗਰਾਮਿੰਗ ਲੈਂਗੁਏਜ ਫॉर ਐਗਜ਼ਾਮਪਲ C, C++, Java, .NET, PHP ਨੂੰ ਕਨਵਰਟ ਕਰਦਾ ਆ ਬਾਈਨਰੀ ਕੋਡ ਦੇ ਵਿੱਚ। ਹੁਣ ਇਹ ਬਾਈਨਰੀ ਕੋਡ ਕੰਪਿਊਟਰ ਈਜ਼ੀਲੀ ਅੰਡਰਸਟੈਂਡ ਕਰਦਾ ਆ। ਅਸੀਂ ਇਹ ਐਜ਼ ਏ ਇਨਪੁਟ ਕੰਪਿਊਟਰ ਨੂੰ ਦੇਵਾਂਗੇ, ਉਹ ਇਸ ਨੂੰ ਪ੍ਰੋਸੈਸ ਕਰੇਗਾ ਅਤੇ ਇਹਦਾ ਜੋ ਸਕੇਅਰ ਹੋਏਗਾ ਉਸ ਨੂੰ ਸਕਰੀਨ 'ਤੇ ਡਿਸਪਲੇ ਕਰੇਗਾ। ਹੁਣ ਕੁਐਸਚਨ ਇਹ ਆ ਕਿ ਅਸੀਂ ਇੰਗਲਿਸ਼ ਨੂੰ ਯੂਜ਼ਿੰਗ ਕੰਪਾਈਲਰ ਬਾਈਨਰੀ ਕੋਡ 'ਚ ਕਨਵਰਟ ਕਰ ਸਕਦੇ ਹਾਂ। ਆਨਸਰ ਇਜ਼ ਨੋ। ਕੰਪਾਈਲਰਸ ਆਰ ਲੈਂਗੁਏਜ ਸਪੈਸੀਫਿਕ, ਕਿ ਅਸੀਂ ਪ੍ਰੋਗਰਾਮਿੰਗ ਲੈਂਗੁਏਜ ਦੇ ਹੀ ਕੰਪਾਈਲਰ ਡਿਜ਼ਾਈਨ ਕਰ ਚੁੱਕੇ ਹਾਂ ਹਜੇ ਤੱਕ, ਅਤੇ ਇਹ ਲੈਂਗੁਏਜ ਸਪੈਸੀਫਿਕ ਹੁੰਦੇ ਆ। ਜੇ C ਲੈਂਗੁਏਜ ਦਾ ਕੰਪਾਈਲਰ ਆ, ਉਹ C ਲੈਂਗੁਏਜ ਦੇ ਕੋਡ ਨੂੰ ਹੀ ਕੰਪਾਈਲ ਕਰੇਗਾ। ਜੇ ਜਾਵਾ ਲੈਂਗੁਏਜ ਦਾ ਕੋਡ ਆ, ਜਾਵਾ ਲੈਂਗੁਏਜ ਦਾ ਕੰਪਾਈਲਰ ਹੈ ਤਾਂ ਉਹ ਜਾਵਾ ਲੈਂਗੁਏਜ ਦੇ ਹੀ ਕੋਡ ਨੂੰ ਕੰਪਾਈਲ ਕਰੇਗਾ। ਨੈਕਸਟ, ਪ੍ਰੋਗਰਾਮਰ ਅਤੇ ਐਂਡ ਯੂਜ਼ਰ ਵਿੱਚ ਡਿਫਰੈਂਸ ਕੀ ਆ। ਪ੍ਰੋਗਰਾਮਰ ਕੌਣ ਆ, ਜਿਹੜਾ ਪ੍ਰੋਗਰਾਮ ਰਾਈਟ ਕਰਦਾ। ਜਿਹੜਾ ਪ੍ਰੋਗਰਾਮ ਕੀ ਆ, ਸੈਟ ਆਫ ਇੰਸਟਰਕਸ਼ਨਸ ਨੇ ਜਿਹੜੀਆਂ ਕੰਪਿਊਟਰ ਐਗਜ਼ੀਕਿਊਟ ਕਰਦਾ ਆ ਟੂ ਪਰਫੋਰਮ ਏ ਸਪੈਸੀਫਿਕ ਟਾਸਕ। ਕਿਸੇ ਖਾਸ ਕੰਮ ਨੂੰ ਕਰਨ ਦੇ ਲਈ ਉਹਨੂੰ ਐਗਜ਼ੀਕਿਊਟ ਕਰਦਾ ਆ। ਪ੍ਰੋਗਰਾਮ ਨੂੰ ਅਸੀਂ ਐਪਲੀਕੇਸ਼ਨ ਵੀ ਕਹਿੰਦੇ ਹਾਂ, ਸੌਫਟਵੇਅਰ ਵੀ ਕਹਿੰਦੇ ਹਾਂ। ਅਤੇ ਐਂਡ ਯੂਜ਼ਰ ਇਹਨਾਂ ਐਪਲੀਕੇਸ਼ਨ ਅਤੇ ਸੌਫਟਵੇਅਰ ਨੂੰ ਯੂਜ਼ ਕਰਕੇ ਕੰਪਿਊਟਰ ਦੇ ਨਾਲ ਇੰਟਰੈਕਟ ਕਰਦਾ ਆ। ਅਸੀਂ ਪਿੱਛੇ ਪੜ੍ਹਿਆ ਸੀਗਾ ਕਿ ਸਾਨੂੰ ਜੇ ਕਿਸੇ ਕੰਪਿਊਟਰ ਨਾਲ, ਇਲੈਕਟ੍ਰੋਨਿਕ ਡਿਵਾਈਸ ਨਾਲ ਕਮਿਊਨੀਕੇਟ ਕਰਨਾ, ਸਾਨੂੰ ਪ੍ਰੋਗਰਾਮ ਲਿਖਣੇ ਪੈਂਦੇ ਆ। ਬਟ ਐਂਡ ਯੂਜ਼ਰ ਕੌਣ ਆ, ਜਿਹੜਾ ਇੰਟਰੈਕਟ ਕਰਦਾ ਆ ਕੰਪਿਊਟਰ ਦੇ ਨਾਲ ਵਿਦਾਊਟ ਰਾਈਟਿੰਗ ਪ੍ਰੋਗਰਾਮ। ਹੁਣ ਇਹ ਕਿੱਦਾਂ ਪੋਸੀਬਲ ਆ, ਪ੍ਰੋਗਰਾਮਰ ਨੇ ਸੌਫਟਵੇਅਰ ਕ੍ਰੀਏਟ ਕੀਤਾ, ਉਹਦਾ ਇੱਕ ਇੰਟਰਫੇਸ ਬਣਾਇਆ। ਇੰਟਰਫੇਸ ਮਤਲਬ ਜਿਹਦੇ ਥਰੂ ਐਂਡ ਯੂਜ਼ਰ ਉਸ ਕੰਪਿਊਟਰ ਜਾਂ ਇਲੈਕਟ੍ਰੋਨਿਕ ਡਿਵਾਈਸ ਨਾਲ ਕਮਿਊਨੀਕੇਟ ਕਰ ਸਕਦਾ ਆ। ਸੋ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਸਪੋਜ਼ ਕਰੋ ਕਿ ਆਪਣੇ ਕੋਲ ATM ਮਸ਼ੀਨ ਆ। ਇੱਥੇ ਮੈਂ ਗੱਲ ਕਰ ਰਿਹਾ ATM ਮਸ਼ੀਨ ਦੇ ਹਾਰਡਵੇਅਰ ਕੰਪੋਨੈਂਟ ਦੀ। ਉਹਦੇ ਵਿੱਚ ਜੋ ਵੀ ਸਰਕਿਟਸ ਨੇ, ਮੈਮਰੀ ਚਿਪ, ਪ੍ਰੋਸੈਸਰ ਐਟਸੈਟਰਾ।
ਹਜੇ ਇਹਦੇ ਵਿੱਚ ਆਪਾਂ ਕੋਈ ਹਾਰਡ ਸੌਫਟਵੇਅਰ ਇੰਸਟਾਲਡ ਨਹੀਂ ਕੀਤਾ ਹੋਇਆ। ਸਪੋਜ਼ ਕਰੋ ਕੋਈ ਯੂਜ਼ਰ ਆ, ਉਹਨੇ ਇਸ 'ਤੇ ਕੋਈ ਟ੍ਰਾਂਜੈਕਸ਼ਨ ਕਰਨੀ ਆ, ਬਟ ਇੱਥੇ ਕੀ ਆ, ਲੈਂਗੁਏਜ ਬੈਰੀਅਰ ਆ। ਮਸ਼ੀਨ ਕੀ ਆ, ਇਸ 'ਤੇ ਕੋਈ ਸੌਫਟਵੇਅਰ ਇੰਸਟਾਲ ਨਹੀਂ ਹੋਇਆ, ਇਹ ਅੰਡਰਸਟੈਂਡ ਕਰਦਾ ਆ ਬਾਈਨਰੀ ਲੈਂਗੁਏਜ, ਯੂਜ਼ਰ ਨੂੰ ਉਹ ਲੈਂਗੁਏਜ ਨਹੀਂ ਆਉਂਦੀ। ਤਾਂ ਇੱਥੇ ਕੰਮ ਆਉਂਦਾ ਆ ਪ੍ਰੋਗਰਾਮਰ ਦਾ, ਯਾਨੀ ਕਿ ਤੁਹਾਡਾ। ਤੁਸੀਂ ਕੀ ਕਰਦੇ ਹੋ, ਇੱਕ ਪ੍ਰੋਗਰਾਮ ਰਾਈਟ ਕਰਦੇ ਹੋ ਯੂਜ਼ਿੰਗ ਐਨੀ ਪ੍ਰੋਗਰਾਮ ਲੈਂਗੁਏਜ ਜਿਹੜੀ ਕਿ ਇਸ ਮਸ਼ੀਨ ਦੇ ਨਾਲ ਕੰਪੈਟੀਬਲ ਹੋਵੇ। ਤੁਸੀਂ ਪ੍ਰੋਗਰਾਮ ਲਿਖਦੇ ਹੋ, ਇੱਕ ਪ੍ਰੋਗਰਾਮ ਕ੍ਰੀਏਟ ਕੀਤਾ ਜਿਹਨੂੰ ਅਸੀਂ ਐਪਲੀਕੇਸ਼ਨ ਜਾਂ ਸੌਫਟਵੇਅਰ ਵੀ ਕਹਿ ਦਿੰਦੇ ਹਾਂ। ਹੁਣ ਉਸ ਐਪਲੀਕੇਸ਼ਨ ਦੇ ਨਾਲ ਇਹਦੇ ਵਿੱਚ ਕੰਪਾਈਲਰ ਵੀ ਹੋਏਗਾ, ਉਹ ਇਸ ਮਸ਼ੀਨ ਨਾਲ ਇੰਟਰੈਕਟ ਕਰੇਗਾ। ਇੰਟਰੈਕਟ ਕਰਨ ਤੋਂ ਬਾਅਦ ਉਹਨੇ ਇੱਕ ਇੰਟਰਫੇਸ ਬਣਾ ਦਿੱਤਾ ਹੋਇਆ ਜਿਹਨੂੰ ਯੂਜ਼ ਕਰਕੇ ਐਂਡ ਯੂਜ਼ਰ ਇਸ ਮਸ਼ੀਨ ਨਾਲ ਇੰਟਰੈਕਟ ਕਰ ਸਕਦਾ ਆ, ਟ੍ਰਾਂਜੈਕਸ਼ਨ ਕਰ ਸਕਦਾ ਆ। ਇੱਕ ਐਗਜ਼ਾਮਪਲ ਹੋਰ ਲਓ, ਸਾਡੇ ਕੋਲ ਕਾਰ ਆ। ਹੁਣ ਕਾਰ ਦੇ ਵਿੱਚ ਇੰਜਨ ਦੇ ਵਿੱਚ ਕਿੰਨੇ ਕੰਪੋਨੈਂਟਸ ਇੱਕ ਦੂਜੇ ਨਾਲ ਕਿੰਨੇ ਕੰਪਲੈਕਸ ਤਰੀਕੇ ਨਾਲ ਜੁੜੇ ਹੁੰਦੇ ਆ, ਬਟ ਡਰਾਈਵਰ ਨੂੰ ਕੀ ਪਤਾ ਹੁੰਦਾ ਆ ਕਿ ਉਹਦਾ ਐਕਸੀਲਰੇਟਰ ਕਿੱਥੇ ਆ, ਕਲੱਚ ਕਿੱਥੇ ਆ, ਬ੍ਰੇਕ ਕਿੱਥੇ ਆ, ਗੇਅਰ ਕਿੱਥੇ ਆ, ਸਟੀਅਰਿੰਗ ਵੀਲ ਕਿੱਥੇ ਆ। ਥੋੜ੍ਹੇ ਸਮਾਲ ਜਿਹੇ ਕੰਪੋਨੈਂਟਸ ਦਾ ਉਹਨੂੰ ਪਤਾ ਹੁੰਦਾ ਉਹਨੂੰ ਕਿੱਦਾਂ ਯੂਜ਼ ਕਰਨਾ ਆ। ਹੁਣ ਜਿਹੜਾ ਇਹ ਸਾਰੇ ਛੋਟੇ ਛੋਟੇ ਕੰਪੋਨੈਂਟ ਨੇ, ਬ੍ਰੇਕ, ਕਲੱਚ, ਗੇਅਰ, ਸਟੀਅਰਿੰਗ ਵੀਲ, ਇਹ ਡਰਾਈਵਰ ਜਿਹੜਾ ਆਪਣਾ ਐਂਡ ਯੂਜ਼ਰ ਆ ਉਹਦੇ ਲਈ ਕੀ ਨੇ, ਇਹ ਇੰਟਰਫੇਸ ਨੇ। ਬਟ ਜੋ ਥੱਲੇ ਜੋ ਫੰਕਸ਼ਨਿੰਗ ਚੱਲ ਰਹੀ ਆ, ਜਿਹਨੇ ਉਹ ਇੰਟਰਫੇਸ ਬਣਾਇਆ ਹੋਇਆ, ਉਹ ਇੰਜੀਨੀਅਰ ਨੂੰ ਆਪਾਂ ਕੀ ਕਹਾਂਗੇ ਇੱਥੇ, ਪ੍ਰੋਗਰਾਮਰ। ਨੈਕਸਟ, ਵਾਈ ਟੂ ਲਰਨ ਸੀ ਲੈਂਗੁਏਜ। ਸੀ ਲੈਂਗੁਏਜ ਨੂੰ ਹੀ ਕਿਉਂ ਸਿੱਖੀਏ। ਸਾਡੇ ਕੋਲ ਅੱਜ ਨੰਬਰ ਆਫ ਲੈਂਗੁਏਜਸ ਨੇ। ਜੇ ਕਿਸੇ ਫੀਲਡ ਵਿੱਚ ਬਹੁਤ ਜ਼ਿਆਦਾ ਐਡਵਾਂਸਮੈਂਟ ਹੋਈ ਹੈ ਅਤੇ ਹੋ ਰਹੀ ਆ, ਡੈਟ ਇਜ਼ ਅਵਰ ਇਨਫੋਰਮੇਸ਼ਨ ਟੈਕਨੋਲੋਜੀ ਸੈਕਟਰ। ਅਸੀਂ 5 ਸਾਲ ਪੁਰਾਣਾ ਮੋਬਾਈਲ ਪਰਚੇਜ਼ ਨਹੀਂ ਲੈਂਦੇ ਕਿਉਂਕਿ ਉਹ ਬਹੁਤ ਪੁਰਾਣਾ ਹੋ ਚੁੱਕਿਆ, ਟੈਕਨੋਲੋਜੀ ਪੁਰਾਣੀ ਹੋ ਚੁੱਕੀ ਆ। ਬਟ ਜਿਹੜੀ ਸੀ ਲੈਂਗੁਏਜ ਆ 1972 ਦੀ ਬਣੀ ਹੋਈ ਆ। ਲਗਭਗ ਆਪਾਂ 50 ਸਾਲ ਪੁਰਾਣੀ ਲੈਂਗੁਏਜ ਨੂੰ ਕਿਉਂ ਸਿੱਖੀਏ, ਉਹ ਸਿੱਖਣ ਦੀ ਲੋੜ ਕੀ ਆ। ਉਹਦੇ ਕੁਝ ਰੀਜ਼ਨ ਹੋ ਸਕਦੇ ਹਨ। ਪਹਿਲਾਂ ਤਾਂ ਹੋ ਸਕਦਾ ਕਿ ਆਪਣੇ ਸਿਲੇਬਸ ਵਿੱਚ ਆਪਾਂ ਤਾਂ ਪੜ੍ਹਨੀ ਆ, ਇਹਦਾ ਮਤਲਬ ਸਿਲੇਬਸ ਸਾਡਾ ਵਧੀਆ ਨਹੀਂ ਹੈਗਾ, ਨਹੀਂ। ਇਹਦਾ ਮਤਲਬ ਦੂਜਾ ਰੀਜ਼ਨ ਇਹ ਆ ਕਿ ਸੀ ਦੀਆਂ ਕੁਝ ਖੂਬੀਆਂ ਨੇ, ਕੁਆਲਿਟੀਜ਼ ਨੇ, ਤਾਂ ਕਰਕੇ ਇਹ ਅੱਜ ਵੀ ਯੂਜ਼ ਹੋ ਰਹੀ ਆ। ਸੋ ਪਹਿਲੀ ਗੱਲ ਕਰਦੇ ਹਾਂ, ਇਟ ਇਜ਼ ਰਿਲਾਇਬਲ, ਸਿੰਪਲ ਐਂਡ ਈਜ਼ੀ ਟੂ ਯੂਜ਼। ਭਰੋਸੇਯੋਗ ਆ, ਸਿੰਪਲ ਸਮਝ ਸਕਦੇ ਹਾਂ ਆਪਾਂ ਇਹਨੂੰ, ਅਤੇ ਇਹਨੂੰ ਯੂਜ਼ ਕਰਨਾ ਵੀ ਈਜ਼ੀ ਆ। ਸੈਕਿੰਡ, ਕਿ ਅੱਜ ਵੀ ਬਹੁਤ ਸਾਰੇ ਆਪਰੇਟਿੰਗ ਸਿਸਟਮ ਦੇ ਵਿੱਚ ਉਹਨਾਂ ਦੇ ਮੇਜਰ ਪਾਰਟ ਨੂੰ ਲਿਖਣ ਦੇ ਵਿੱਚ ਸੀ ਯੂਜ਼ ਹੋ ਰਹੀ ਹੈ। ਐਗਜ਼ਾਮਪਲ ਦੇ ਵਿੰਡੋਜ਼, ਯੂਨਿਕਸ, ਲਿਨਕਸ। ਦੋ ਗੱਲਾਂ ਯਾਦ ਰੱਖੋ ਸੀ ਦੇ ਬਾਰੇ। ਇਹਦੀ ਮੈਮਰੀ ਜਿਹੜੀ ਹੈ ਬਹੁਤ ਘੱਟ ਮੈਮਰੀ ਆਕੂਪਾਈ ਕਰਦਾ ਆ। ਸੈਕਿੰਡ, ਇਹਦੀ ਜਿਹੜੀ ਐਗਜ਼ੀਕਿਊਸ਼ਨ ਸਪੀਡ ਆ ਉਹ ਫਾਸਟ ਆ। ਇਹਨਾਂ ਦੋ ਖੂਬੀਆਂ ਕਰਕੇ ਜਿਹੜੇ ਸਾਡੇ ਛੋਟੇ ਸਮਾਰਟ ਡਿਵਾਈਸਿਸ ਨੇ, ਲਾਈਕ ਮਾਈਕ੍ਰੋਵੇਵ ਓਵਨ, ਵਾਸ਼ਿੰਗ ਮਸ਼ੀਨ, ਡਿਜੀਟਲ ਕੈਮਰਾ, ਜਿਨ੍ਹਾਂ ਵਿੱਚ ਮੈਮਰੀ ਦਾ ਕੰਸਟ੍ਰੇਂਟ ਆ, ਮਤਲਬ ਮੈਮਰੀ ਲਿਮਿਟਡ ਆ ਅਤੇ ਸਾਨੂੰ ਸਪੀਡ ਫਾਸਟ ਚਾਹੀਦੀ ਆ, ਉੱਥੇ ਸਾਡੇ ਕੋਲ ਸੀ ਇੱਕ ਵਧੀਆ ਆਪਸ਼ਨ ਆ ਅਤੇ ਉੱਥੇ ਸੀ ਯੂਜ਼ ਹੋ ਵੀ ਰਹੀ ਆ। ਕਾਫੀ ਸਾਰੇ ਗੇਮਿੰਗ ਫਰੇਮਵਰਕ ਵਿੱਚ ਸੀ ਲੈਂਗੁਏਜ ਨੂੰ ਯੂਜ਼ ਕਰਦੇ ਆ। ਇੱਕ ਜਨਰਲ ਜਿਹੜੀ ਟੈਂਡੈਂਸੀ ਕਹਿ ਲਓ ਜਾਂ ਜਨਰਲ ਇੱਕ ਕਨਵੈਨਸ਼ਨ ਆ ਕਿ ਤੁਸੀਂ ਡਾਇਰੈਕਟਲੀ ਕੋਈ ਐਡਵਾਂਸ ਲੈਵਲ ਲੈਂਗੁਏਜ ਸਿੱਖਣ ਦੀ ਬਜਾਏ ਪਹਿਲਾਂ ਸੀ ਸਿੱਖੋ, ਸੀ ਨੂੰ ਚੰਗੀ ਤਰ੍ਹਾਂ ਮਾਸਟਰੀ ਕਰੋ, ਉਸ ਤੋਂ ਬਾਅਦ ਤੁਸੀਂ ਨੈਕਸਟ ਜਿਹੜੀਆਂ ਐਡਵਾਂਸ ਲੈਵਲ ਲੈਂਗੁਏਜ ਨੇ, ਜਾਵਾ, ਪਾਈਥਨ, ਸੀ ਸ਼ਾਰਪ, ਕੋਟਲਿਨ ਵਗੈਰਾ, ਉਹਨਾਂ ਤੋਂ ਸਿੱਖੋ। ਇੱਕ ਤੁਹਾਡੇ ਲਈ ਬੈਨੀਫਿਟ ਹੋਏਗਾ। ਨੈਕਸਟ, ਸਟੈਪਸ ਇਨ ਡਿਵੈਲਪਮੈਂਟ ਆਫ ਪ੍ਰੋਗਰਾਮ, ਕਿ ਅਸੀਂ ਪ੍ਰੋਗਰਾਮ ਨੂੰ ਕਿੱਦਾਂ ਡਿਵੈਲਪ ਕਰਦੇ ਹਾਂ। ਇਹ ਤੁਸੀਂ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਪੜ੍ਹੋਗੇ। ਫਿਰ ਵੀ ਮੈਂ ਇੱਥੇ ਇਹਦਾ ਥੋੜ੍ਹਾ ਬੇਸਿਕ ਤੁਹਾਨੂੰ ਸਮਝਾ ਦਿੰਦਾ ਹਾਂ। ਮਤਲਬ ਕੀ ਆ, ਤੁਸੀਂ ਪ੍ਰੋਗਰਾਮ ਕਿੱਦਾਂ ਲਿਖਣਾ ਆ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਉਹਦਾ ਸਾਈਕਲ ਕੀ ਹੁੰਦਾ ਆ। ਨੰਬਰ 1, ਤੁਸੀਂ ਪ੍ਰੋਬਲਮ ਨੂੰ ਡਿਫਾਈਨ ਕਰਨਾ ਆ, ਮਤਲਬ ਕਿ ਕਿਹਦੇ ਅਕੋਰਡਿੰਗ, ਕਿਹਦੇ ਅਰਾਊਂਡ ਤੁਸੀਂ ਸੌਫਟਵੇਅਰ ਡਿਵੈਲਪ ਕਰਨਾ ਆ। ਸਪੋਜ਼ ਕਰੋ ਜੇ ਤੁਸੀਂ ਕਾਲਜ ਮੈਨੇਜਮੈਂਟ ਸਿਸਟਮ ਬਣਾਉਣਾ ਆ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਡਾ ਸਟਾਫ ਦਾ ਡਾਟਾ ਕੀ ਹੈ, ਤੁਹਾਡਾ ਸਟੂਡੈਂਟ ਦਾ ਡਾਟਾ ਕਿਵੇਂ ਤੁਸੀਂ ਸੇਵ ਕਰੋਗੇ, ਤੁਹਾਡਾ ਫਾਰਮੈਟ ਕੀ ਹੋਏਗਾ ਆਊਟਪੁੱਟ ਦਾ, ਜਿਹਨੇ ਇਹ ਸੌਫਟਵੇਅਰ ਯੂਜ਼ ਕਰਨਾ ਆ ਉਹਦਾ ਇੰਟਰਫੇਸ ਕੀ ਹੋਏਗਾ, ਉਹਦੇ ਲਈ ਇੰਟਰਫੇਸ ਕੀ ਹੋਏਗਾ। ਸੈਕਿੰਡ ਸਟੈਪ, ਤੁਸੀਂ ਆਪਣੀ ਪ੍ਰੋਬਲਮ ਸਮਝਣ ਤੋਂ ਬਾਅਦ ਉਸ ਪ੍ਰੋਬਲਮ ਨੂੰ ਡਿਜ਼ਾਈਨ ਕਰੋਗੇ ਤੁਸੀਂ ਕਿੱਦਾਂ ਅਪਰੋਚ ਕਰਨਾ ਆ। ਇਹਦੇ ਵਿੱਚ 2 ਮੈਥਡ ਹੁੰਦੇ ਆ, ਟੌਪ ਡਾਊਨ ਅਤੇ ਬਾਟਮ ਅਪ ਅਪਰੋਚ। ਟੌਪ ਡਾਊਨ ਮਤਲਬ ਤੁਸੀਂ ਉੱਪਰੋਂ ਥੱਲੇ ਨੂੰ ਆ ਰਹੇ ਆ, ਤੁਹਾਡੇ ਟੌਪ ਲੈਵਲ 'ਤੇ ਕਾਲਜ ਆ, ਉਸਦੇ ਨੀਚੇ ਵਾਲੇ ਲੈਵਲ 'ਤੇ ਤੁਹਾਡੇ ਡਿਪਾਰਟਮੈਂਟ ਨੇ, ਕਾਲਜ ਦੇ ਅਲੱਗ-ਅਲੱਗ ਡਿਪਾਰਟਮੈਂਟਸ ਹੋਣਗੇ। ਉਸ ਤੋਂ ਥੱਲੇ ਉਹਦੇ ਵਿੱਚ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੰਨੇ ਸਾਲ ਦੇ ਕੋਰਸ ਹੋਣਗੇ, ਸਟੂਡੈਂਟਸ ਹੋਣਗੇ, ਮਤਲਬ ਤੁਸੀਂ ਉੱਪਰੋਂ ਥੱਲੇ ਨੂੰ ਆ ਰਹੇ ਹੋ। ਬਾਟਮ ਅਪ ਦੇ ਵਿੱਚ ਕੀ ਆ, ਤੁਸੀਂ ਸਟੂਡੈਂਟਸ ਨੂੰ ਨੀਚੇ ਤੋਂ ਲਵੋਗੇ, ਉਹਨਾਂ ਨੂੰ ਗਰੁੱਪਿੰਗ ਕਰੋਗੇ ਕਲਾਸ ਦੇ ਵਿੱਚ, ਦੈਨ ਈਅਰ ਵਾਈਜ਼, ਦੈਨ ਡਿਪਾਰਟਮੈਂਟ ਵਾਈਜ਼, ਦੈਨ ਡਿਪਾਰਟਮੈਂਟ ਨੂੰ ਗਰੁੱਪ ਕਰਕੇ ਤੁਸੀਂ
ਇੱਕ ਕਾਲਜ ਵੱਲ ਜਾਓਗੇ। ਤੁਹਾਡੇ ਕੋਲ ਦੋ ਅਪਰੋਚ ਹੁੰਦੀਆਂ ਆ ਡਿਜ਼ਾਈਨ ਦੀਆਂ। ਉਸ ਤੋਂ ਬਾਅਦ ਕੁਝ ਟੂਲਸ ਵੀ ਅਵੇਲੇਬਲ ਹੁੰਦੇ ਆ, ਫਲੋ ਚਾਰਟ, ਐਲਗੋਰੀਥਮ, ਸੂਡੋ ਕੋਡ, ਡਿਸੀਜਨ ਟੇਬਲ। ਇਹਨਾਂ 'ਚੋਂ ਅਸੀਂ ਕੁਝ ਅੱਗੇ ਪੜ੍ਹਾਂਗੇ। ਥਰਡ ਸਟੈਪ ਦੇ ਵਿੱਚ ਐਂਟਰੀ ਹੁੰਦੀ ਆ ਤੁਹਾਡੀ, ਜਾਣੀ ਕਿ ਪ੍ਰੋਗਰਾਮਰ ਦੀ। ਤੁਸੀਂ ਜਿਹੜਾ ਫਲੋ ਚਾਰਟ ਐਲਗੋਰੀਥਮ ਨੂੰ ਯੂਜ਼ ਕਰਕੇ ਕਿਸੇ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ ਪ੍ਰੋਗਰਾਮ ਲਿਖਣਾ ਹੁੰਦਾ ਆ, ਅਤੇ ਨਾਲ ਦੀ ਨਾਲ ਜੇ ਕੋਈ ਐਰਰ ਆਉਂਦਾ ਆ ਤਾਂ ਉਹਨੂੰ ਰਿਮੂਵ ਕਰਦੇ ਜਾਣਾ ਹੁੰਦਾ। ਸੋ ਨੈਕਸਟ, ਟੈਸਟਿੰਗ ਐਂਡ ਡਿਬਗਿੰਗ। ਟੈਸਟਿੰਗ ਦਾ ਮਤਲਬ ਜੇ ਤੁਹਾਡੇ ਪ੍ਰੋਗਰਾਮ ਦੇ ਵਿੱਚ ਕੋਈ ਐਰਰ ਨੇ, ਸਿੰਟੈਕਸ ਐਰਰ ਨੇ, ਉਹਨੂੰ ਰਿਮੂਵ ਕਰਨਾ, ਲੱਭਣਾ, ਫਾਈਂਡ ਆਊਟ ਕਰਨਾ ਅਤੇ ਐਲੀਮੀਨੇਟ ਕਰਨਾ। ਪਲੱਸ ਇਹ ਵੈਰੀਫਾਈ ਕਰਨਾ ਕਿ ਤੁਹਾਡਾ ਸੋਫਟਵੇਅਰ ਹੈ ਜਿਹੜਾ ਉਹਦਾ ਇੰਟੈਂਡਡ ਪਰਪਸ ਸੀ ਉਹਨੂੰ ਉਹ ਫੁੱਲਫਿਲ ਕਰਦਾ ਹੋਵੇ। ਦੋ ਤਰ੍ਹਾਂ ਦੇ ਐਰਰ ਹੁੰਦੇ ਆ, ਸਿੰਟੈਕਸ ਐਰਰ ਅਤੇ ਲੌਜੀਕਲ ਐਰਰ। ਇਹਨਾਂ ਨੂੰ ਅਸੀਂ ਕਲੈਕਟਿਵਲੀ ਬਗਸ ਕਹਿੰਦੇ ਆ। ਸਿੰਟੈਕਸ ਮਤਲਬ ਸਪੈਲਿੰਗ ਐਰਰ, ਲੌਜਿਕ ਮਤਲਬ ਲੌਜਿਕ ਦੇ ਵਿੱਚ ਗਲਤੀ ਆ ਕਿ ਤੁਸੀਂ ਕਿਸੇ ਸਟਾਫ ਮੈਂਬਰ ਦੀ ਅਟੈਂਡੈਂਸ ਲਾ ਰਹੇ ਹੋ, ਜੇ ਉਹ ਪ੍ਰੈਜ਼ੈਂਟ ਆ, ਜੇ ਉਹ ਅਟੈਂਡੈਂਸ ਲਗਾ ਰਹੇ ਆ ਤਾਂ ਉਹਦੀ ਐਬਸੈਂਟ ਲੱਗ ਰਹੀ ਹੈ, ਇਹ ਲੌਜੀਕਲ ਐਰਰ ਆ। ਇਹਨਾਂ ਨੂੰ ਕਲੈਕਟਿਵਲੀ ਅਸੀਂ ਬਗਸ ਕਹਿੰਦੇ ਆ। ਇਹਨਾਂ ਨੂੰ ਇਸ ਬਗਸ ਨੂੰ ਆਇਡੈਂਟੀਫਾਈ ਕਰਨਾ ਅਤੇ ਐਲੀਮੀਨੇਟ ਕਰਨ ਨੂੰ ਅਸੀਂ ਡਿਬਗਿੰਗ ਕਹਿੰਦੇ ਆ। ਨੈਕਸਟ ਸਟੈਪ, ਡਾਕੂਮੈਂਟ ਦੀ ਪ੍ਰੋਗਰਾਮ। ਹੁਣ ਇੱਥੇ ਤੁਹਾਡਾ ਜਿਹੜਾ ਸੋਫਟਵੇਅਰ ਆ ਉਹ ਬਣ ਚੁੱਕਿਆ ਆ, ਤੁਸੀਂ ਉਹਨੂੰ ਡਾਕੂਮੈਂਟ ਕਰਨਾ ਮਤਲਬ ਪੇਪਰ ਫਾਰਮ ਦੇ ਵਿੱਚ ਲਿਖਣਾ ਕਿ ਇਹਦਾ ਡਿਜ਼ਾਈਨ ਕੀ ਸੀਗਾ, ਇਹਦਾ ਮੈਨੂਅਲ ਕੀ ਆ, ਪ੍ਰੋਗਰਾਮ ਦੀ ਫੰਕਸ਼ਨੈਲਿਟੀ ਕੀ ਆ, ਉਹਦੇ ਟਿਊਟੋਰੀਅਲ ਕੀ ਨੇ, ਜਿਹੜੇ ਇਹਦੇ ਫੀਚਰ ਪ੍ਰੋਵਾਈਡ ਕਰਦਾ ਆ ਤੁਹਾਡਾ ਪ੍ਰੋਗਰਾਮ, ਉਹਨਾਂ ਦੀ ਇਨ ਡੈਪਥ ਐਕਸਪਲੇਨੇਸ਼ਨ ਦੇਣੀ ਆ। ਇਹ ਸਾਰਿਆਂ ਨੂੰ ਡਾਕੂਮੈਂਟ ਕਰਨ ਨੂੰ ਤੁਸੀਂ ਡਾਕੂਮੈਂਟ ਕਰਨਾ ਕਹਿੰਦੇ ਆ। ਨੈਕਸਟ ਸਟੈਪ, ਡਿਪਲੋਇੰਗ ਐਂਡ ਮੇਨਟੇਨਿੰਗ ਦੀ ਪ੍ਰੋਗਰਾਮ। ਡਿਪਲੋਇੰਗ ਮਤਲਬ ਪ੍ਰੋਗਰਾਮ ਨੂੰ, ਆਪਣੇ ਸੋਫਟਵੇਅਰ ਨੂੰ ਯੂਜ਼ਰ ਦੀ ਸਾਈਟ 'ਤੇ ਇੰਸਟਾਲ ਕਰਨਾ। ਇੰਸਟਾਲ ਕਰਨ ਤੋਂ ਬਾਅਦ ਤੁਸੀਂ ਉਹਨੂੰ ਸਰਵੇਲੈਂਸ 'ਚ ਰੱਖਣਾ, ਕਿ ਉਸ 'ਤੇ ਨਿਗਾਹ ਰੱਖਣੀ ਆ, ਮਤਲਬ ਕਿ ਚੈੱਕ ਕਰਨਾ ਆ ਕਿ ਹੋ ਸਕਦਾ ਆ ਟੈਸਟਿੰਗ ਜਾਂ ਡਿਬਗਿੰਗ ਤੋਂ ਬਾਅਦ ਵੀ ਕੁਝ ਐਰਰ ਆਪਣੇ ਸੋਫਟਵੇਅਰ ਦੇ ਵਿੱਚ ਰਹਿ ਗਏ ਹੋਣ। ਉਹਨਾਂ ਨੂੰ ਫਾਈਂਡ ਆਊਟ ਕਰਨਾ, ਫਿਕਸ ਕਰਨਾ, ਅਤੇ ਉਹਨੂੰ ਫਿਕਸ ਕਰਨ ਦੇ ਲਈ ਅਪਡੇਟਸ ਉਸ ਸੋਫਟਵੇਅਰ ਨੂੰ ਭੇਜਣੇ ਹੁੰਦੇ ਆ। ਜਾਂ ਫਿਰ ਤੁਸੀਂ ਕੋਈ ਨਵਾਂ ਫੀਚਰ ਉਸ ਸੋਫਟਵੇਅਰ ਦੇ ਵਿੱਚ ਐਡ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਤੁਸੀਂ ਅਪਡੇਟ ਭੇਜ ਸਕਦੇ ਹੋ। ਨੈਕਸਟ ਟੌਪਿਕ, ਐਲਗੋਰੀਥਮ। ਐਲਗੋਰੀਥਮ ਕੀ ਹੁੰਦਾ ਆ? ਸੈੱਟ ਆਫ ਇੰਸਟਰਕਸ਼ਨਸ ਟੂ ਪਰਫਾਰਮ ਏ ਸਪੈਸੀਫਿਕ ਟਾਸਕ। ਹੁਣ ਦੇਖੋ, ਅਸੀਂ ਪ੍ਰੋਗਰਾਮ ਦੇ ਵਿੱਚ ਵੀ ਲਗਭਗ ਇਹੋ ਜਿਹੀ ਡੈਫੀਨੇਸ਼ਨ ਲਿਖੀ ਸੀਗੀ ਕਿ ਸੈੱਟ ਆਫ ਇੰਸਟਰਕਸ਼ਨਸ ਆ ਕਿਸੇ ਕੰਮ ਨੂੰ ਪੂਰਾ ਕਰਨ ਦੇ ਲਈ। ਬਟ ਡਿਫਰੈਂਸ ਕੀ ਆ ਕਿ ਪ੍ਰੋਗਰਾਮ ਹੋਏਗਾ ਕਿਸੇ ਲੈਂਗੁਏਜ 'ਤੇ ਡਿਪੈਂਡੈਂਟ। ਜੇ ਸੀ ਦਾ ਪ੍ਰੋਗਰਾਮ ਆ, ਜਾਵਾ ਦਾ ਆ ਜਾਂ C++ ਦਾ, ਉਹ ਕਿਸੇ ਲੈਂਗੁਏਜ 'ਤੇ ਡਿਪੈਂਡੈਂਟ ਹੋਏਗਾ। ਐਲਗੋਰੀਥਮ ਕੀ ਹੋਏਗਾ? ਲੈਂਗੁਏਜ ਇੰਡੀਪੈਂਡੈਂਟ। ਤੁਸੀਂ ਸਿੰਪਲ ਲੈਂਗੁਏਜ ਦੇ ਵਿੱਚ ਐਲਗੋਰੀਥਮ ਲਿਖਦੇ ਹੋ, ਉਹਨੂੰ ਕਨਵਰਟ ਕਰ ਸਕਦੇ ਹੋ ਕਿਸੇ ਵੀ ਪ੍ਰੋਗਰਾਮਿੰਗ ਲੈਂਗੁਏਜ ਦੇ ਵਿੱਚ। ਉਹਨੂੰ ਤੁਸੀਂ ਸੀ ਵਿੱਚ ਲਿਖ ਸਕਦੇ ਹੋ, ਜਾਵਾ 'ਚ ਲਿਖ ਸਕਦੇ ਹੋ, .NET 'ਚ ਲਿਖ ਸਕਦੇ ਹੋ। ਐਗਜ਼ਾਮਪਲ ਨਾਲ ਦੇਖਦੇ ਹਾਂ। ਐਲਗੋਰੀਥਮ ਫॉर ਮੇਕਿੰਗ ਟੀ ਫॉर 2 ਪੀਪਲ। ਜਦ ਤੁਸੀਂ ਸਿੰਪਲ ਟੀ ਬਣਾਉਣ ਲਈ ਕਿਹੜੇ ਕਿਹੜੇ ਸਟੈਪਸ ਫੋਲੋ ਕਰੋਗੇ? ਸਭ ਨੂੰ ਪਤਾ ਹੀ ਹੈ, ਇੱਕ ਪੋਟ ਲਾਵਾਂਗੇ, 'ਚ ਪਾਣੀ ਪਾਵਾਂਗੇ, ਨੰਬਰ 1 ਸਟੈਪ। ਸੈਕਿੰਡ ਸਟੈਪ, ਪਾਣੀ ਨੂੰ ਬੋਇਲ ਕਰਾਂਗੇ, ਉਹ 'ਚ ਟੀ ਪਾਵਾਂਗੇ। ਸੈਕਿੰਡ, ਥਰਡ ਸਟੈਪ, ਉਹਨੂੰ 3-4 ਮਿੰਟ ਲਈ ਗਰਮ ਕਰਾਂਗੇ, ਫਿਰ ਉਹਦੇ ਵਿੱਚ ਸ਼ੂਗਰ ਪਾਵਾਂਗੇ, ਦੈਨ ਉਹਦੇ ਵਿੱਚ ਥੋੜ੍ਹੇ ਟਾਈਮ ਬਾਅਦ ਮਿਲਕ ਪਾਵਾਂਗੇ। ਲਾਸਟ ਸਟੈਪ, ਉਹਨੂੰ ਬੋਇਲ ਕਰਕੇ ਜਿਹੜੀ ਆਪਣੀ ਗੈਸ ਬੰਦ ਕਰ ਦਾਂਗੇ, ਤੁਹਾਡੀ ਚਾਹ ਰੈਡੀ ਹੋ ਜਾਏਗੀ। ਹੁਣ ਦੇਖੋ ਇਹਦੇ ਵਿੱਚ ਕੀ ਆ, ਸਿੰਪਲ ਸਟੈਪਸ ਸੀਗੇ। ਐਲਗੋਰੀਥਮ ਕੀ ਆ? ਫਾਈਨਾਈਟ ਨੰਬਰ ਆਫ ਸਟੈਪਸ। ਫਾਈਨਾਈਟ ਮਤਲਬ ਸਾਡੇ ਕੋਲ 5 ਸਟੈਪਸ ਸੀਗੇ, ਅਤੇ ਇਹਨਾਂ ਦਾ ਆਰਡਰ ਹੋ ਗਿਆ, ਇੱਕ ਸੀਕੁਐਂਸ ਹੋ ਗਏ, ਇੱਕ ਤੋਂ ਬਾਅਦ ਇੱਕ। ਇੱਦਾਂ ਨਹੀਂ ਪਹਿਲਾਂ ਆਪਾਂ ਸਟੈਪ 1 ਕਰ ਲਿਆ, ਫਿਰ ਸਟੈਪ 5 ਕਰ ਲਿਆ। ਸੋ ਇਹ ਐਲਗੋਰੀਥਮ ਕੀ ਆ? ਸਿੰਪਲ ਇੱਕ ਐਗਜ਼ਾਮਪਲ ਦਿੱਤੀ ਹੋਈ ਮੈਂ। ਉਸ ਤੋਂ ਬਾਅਦ ਨੈਕਸਟ ਐਗਜ਼ਾਮਪਲ ਲੈਂਦੇ ਹਾਂ। ਐਲਗੋਰੀਥਮ ਫॉर ਐਡਿੰਗ 2 ਨੰਬਰਸ ਐਂਡ ਡਿਸਪਲੇਇੰਗ ਦਾ ਸਮ ਔਨ ਦੀ ਸਕਰੀਨ। ਸਟੈਪ 1 ਕੀ ਆ? ਸਟਾਰਟ ਕਰਾਂਗੇ ਅਸੀਂ। ਸਟੈਪ 2 ਕੀ ਆ? ਕਿ ਵੇਰੀਏਬਲ ਲਵਾਂਗੇ ਜਿੱਥੇ ਅਸੀਂ ਜਿਹੜੇ ਨੰਬਰ ਨੇ ਉਹ ਸਟੋਰ ਕਰਨੇ। ਨੰਬਰ ਕਿਹੜੇ ਕਿਹੜੇ ਆ? ਜਿਹੜੇ 2 ਨੰਬਰ ਐਡ ਕਰਨੇ ਉਹਨਾਂ ਨੂੰ ਸਟੋਰ ਕਰਨਾ ਆ। ਇਹਨਾਂ ਦਾ ਸਮ ਕਰਕੇ ਕਿੱਥੇ ਸਟੋਰ ਕਰਨਾ ਆ? ਉਹ ਅਸੀਂ 3 ਵੇਰੀਏਬਲ ਲਵਾਂਗੇ। ਵੇਰੀਏਬਲ ਕੀ ਹੈ? ਸਾਡੇ ਕੋਲ ਮੈਮਰੀ ਯੂਨਿਟ ਆ। ਥਰਡ ਸਟੈਪ, ਨੰਬਰ ਜਿਹੜੇ 2 ਨੰਬਰ ਐਡ ਕਰਨੇ ਆ ਉਹਦੀ ਅਸੀਂ ਇਨਪੁਟ ਕੀਬੋਰਡ ਤੋਂ ਲਵਾਂਗੇ, ਰੀਡ ਕਰਾਂਗੇ। ਉਸ ਤੋਂ ਬਾਅਦ ਫੋਰਥ ਸਟੈਪ, ਦੋਨਾਂ ਨੰਬਰਾਂ ਨੂੰ ਐਡ ਕਰਾਂਗੇ ਅਤੇ ਜਿਹੜਾ ਰਿਜ਼ਲਟ ਆਏਗਾ ਉਹ ਅਸੀਂ ਸਮ ਦੇ ਵਿੱਚ ਸਟੋਰ ਕਰ ਦਾਂਗੇ। ਸਟੈਪ 5 ਵਿੱਚ ਸਮ ਨੂੰ ਸਕਰੀਨ 'ਤੇ ਡਿਸਪਲੇ ਕਰਾਂਗੇ। ਲਾਸਟ ਸਟੈਪ ਸਟਾਪ ਕਰ ਦਾਂਗੇ। ਇਹ ਤੁਹਾਡੇ ਇਹੋ ਜਿਹੇ ਐਲਗੋਰੀਥਮ ਤੁਸੀਂ ਅੱਗੇ ਆਪਣੀ ਪ੍ਰੋਗਰਾਮਿੰਗ ਤੋਂ ਪਹਿਲਾਂ ਲਿਖੋਗੇ। ਕਰੈਕਟਰਿਸਟਿਕਸ ਆਫ ਐਨ ਐਲਗੋਰੀਥਮ। ਐਲਗੋਰੀਥਮ ਦੀਆਂ ਕਰੈਕਟਰਿਸਟਿਕਸ ਕੀ ਨੇ? ਪਹਿਲਾ ਕਿ ਵੈਲ ਡਿਫਾਈਨਡ ਇਨਪੁਟਸ, ਕਿ ਉਹਦੀਆਂ ਇਨਪੁਟਸ ਵੈਲ ਡਿਫਾਈਨਡ ਹੋਣ। ਵੈਲ ਡਿਫਾਈਨਡ ਆਊਟਪੁੱਟਸ, ਜਿਹੜੀਆਂ ਆਊਟਪੁੱਟਸ ਜਾਣੀਆਂ ਆ ਉਹ ਵੀ ਵੈਲ ਡਿਫਾਈਨਡ ਹੋਣ। ਕਲੀਅਰ ਐਂਡ ਅਨਅੰਬੀਗੁਅਸ ਇੰਸਟਰਕਸ਼ਨਸ। ਕਲੀਅਰ ਮਤਲਬ ਸਾਡੀਆਂ ਜਿਹੜੀਆਂ ਜਿੰਨੇ ਵੀ ਸਟੈਪਸ ਹੋਣ
ਸਾਰੇ ਕਲੀਅਰ ਹੋਣ, ਸਾਨੂੰ ਪਤਾ ਹੋਵੇ ਅਸੀਂ ਕੀ ਕਰਨਾ ਆ। ਅਨਅੰਬੀਗੂਅਸ ਮਤਲਬ ਉਹਦੇ ਦੋ ਮਤਲਬ ਨਾ ਨਿਕਲਦੇ ਹੁਣ, ਇੱਕ ਹੀ ਮਤਲਬ ਨਿਕਲਦਾ ਹੋਵੇ। ਫਾਈਨਾਈਟਨੈਸ, ਨੰਬਰ ਆਫ ਸਟੈਪਸ ਜਿਹੜੇ ਫਾਈਨਾਈਟ ਹੋਣ, ਆਪਣਾ ਐਲਗੋਰਿਥਮ ਕਿਤੇ ਜਾ ਕੇ ਖ਼ਤਮ ਹੁੰਦਾ ਹੋਵੇ। ਲੈਂਗੁਏਜ ਇੰਡੀਪੈਂਡੈਂਟ ਕਿ ਅਸੀਂ ਜੇ ਐਲਗੋਰਿਥਮ ਲਿਖਿਆ ਆ ਉਹਨੂੰ ਕਿਸੇ ਵੀ ਲੈਂਗੁਏਜ ਵਿੱਚ ਉਹਦਾ ਪ੍ਰੋਗਰਾਮ ਲਿਖ ਸਕਦੇ ਹੋਈਏ। ਫਿਜ਼ੀਬਲ ਮਤਲਬ ਕਰੰਟ ਰਿਸੋਰਸਿਸ ਜਾਂ ਟੈਕਨੋਲੋਜੀ ਦੇ ਅਕੋਰਡਿੰਗ ਅਸੀਂ ਇਸ ਐਲਗੋਰਿਥਮ ਨੂੰ ਇੰਪਲੀਮੈਂਟ ਕਰ ਸਕਦੇ ਹੋਈਏ। ਸੇਮ ਚੀਜ਼ਾਂ ਆ ਜੋ ਮੈਂ ਦੱਸੀਆਂ ਹੋਈਆਂ, ਇਹਨੂੰ ਪੜ੍ਹ ਲੈਣਾ। ਨੈਕਸਟ ਟੌਪਿਕ ਫਲੋ ਚਾਰਟ। ਫਲੋ ਚਾਰਟ ਅਤੇ ਐਲਗੋਰਿਥਮ ਸਿਮਿਲਰ ਆ, ਬਸ ਸਿੰਪਲ ਜਿਹਾ ਡਿਫਰੈਂਸ ਆ ਕਿ ਅਸੀਂ ਇੱਥੇ ਸਾਡਾ ਜਿਹੜਾ ਸੀਕੁਐਂਸ ਆ ਜਾਂ ਐਲਗੋਰਿਥਮ ਆ ਉਹਨੂੰ ਅਸੀਂ ਗ੍ਰਾਫਿਕਲੀ ਰਿਪਰੈਜ਼ੈਂਟ ਕਰਦੇ ਹਾਂ। ਅਸੀਂ ਸਿੰਬਲ ਦਾ ਯੂਜ਼ ਕਰਦੇ ਹਾਂ ਰਿਪਰੈਜ਼ੈਂਟ ਕਰਨ ਲਈ ਕਿ ਕਿੱਦਾਂ ਸਾਡਾ ਇਨਫੋਰਮੇਸ਼ਨ ਫਲੋ ਹੋ ਰਹੀ ਹੈ ਅਤੇ ਪ੍ਰੋਸੈਸਿਸ ਦੇ ਆਪਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਆ। ਦੇਖਦੇ ਹਾਂ ਕਿ ਕਿਹੜੇ ਕਿਹੜੇ ਸਿੰਬਲਸ ਨੇ ਸਾਡੇ ਕੋਲ, ਉਹਨਾਂ ਦਾ ਮਤਲਬ ਕੀ ਆ। ਨੰਬਰ 1 ਟਰਮੀਨਲ। ਟਰਮੀਨਲ ਇੰਡੀਕੇਟ ਕਰਦਾ ਆ ਜਦੋਂ ਸਾਡਾ ਜਿਹੜਾ ਪ੍ਰੋਗਰਾਮ ਆ ਕਿੱਥੋਂ ਸਟਾਰਟ ਹੋ ਰਿਹਾ ਆ, ਕਿੱਥੇ ਸਟਾਪ ਹੋ ਰਿਹਾ, ਕਿੱਥੇ ਰੁਕ ਰਿਹਾ, ਹਾਲਟ ਹੋ ਰਿਹਾ ਆ। ਰਿਪਰੈਜ਼ੈਂਟ ਕਰਦੇ ਹਾਂ ਅਸੀਂ ਓਵਲ ਦੇ ਨਾਲ। ਸੈਕਿੰਡ, ਜਿੱਥੇ ਕਿਤੇ ਵੀ ਸਾਡਾ ਇਨਪੁਟ ਆਊਟਪੁੱਟ ਆਪਰੇਸ਼ਨ ਹੋਏਗਾ ਉਹਨੂੰ ਅਸੀਂ ਪੈਰਲੋਗ੍ਰਾਮ ਦੇ ਨਾਲ ਰਿਪਰੈਜ਼ੈਂਟ ਕਰਾਂਗੇ। ਥਰਡ, ਕਿਤੇ ਵੀ ਕੋਈ ਅਰਥਮੈਟਿਕ ਪ੍ਰੋਸੈਸ ਹੋਏਗਾ ਜਾਂ ਸਿੰਪਲ ਕੋਈ ਪ੍ਰੋਸੈਸ ਹੋ ਰਿਹਾ ਹੋਏਗਾ ਅਸੀਂ ਉਹਨੂੰ ਇੱਕ ਰੈਕਟੈਂਗੂਲਰ ਬਾਕਸ ਦੇ ਨਾਲ ਇੰਡੀਕੇਟ ਕਰਾਂਗੇ। ਫੋਰਥ, ਡਿਸੀਜ਼ਨ। ਜਿੱਥੇ ਵੀ ਕਿਤੇ ਸਾਨੂੰ ਡਿਸੀਜ਼ਨ ਲੈਣਾ ਪੈਂਦਾ ਹੋਵੇ ਜਿਹਦਾ ਜਿਹੜਾ ਰਿਜ਼ਲਟ ਯੈਸ ਨੋ ਕੁਐਸਚਨ ਦੇ ਵਿੱਚ ਹੋਵੇ ਜਾਂ ਫਿਰ ਟਰੂ ਫਾਲਸ ਦੇ ਵਿੱਚ ਹੋਵੇ, ਅਸੀਂ ਡਾਇਮੰਡ ਸ਼ੇਪ ਲੈਂਦੇ ਹਾਂ, ਰਿਪਰੈਜ਼ੈਂਟ ਕਰਦਾ ਹੈ ਉੱਥੇ ਕੋਈ ਡਿਸੀਜ਼ਨ ਲਿਆ ਜਾ ਰਿਹਾ ਆ। ਨੈਕਸਟ, ਕਨੈਕਟਰ। ਦੋ ਤੋਂ ਵੱਧ ਸਿੰਬਲ, ਦੋ ਨਿਕਲੇ ਐਰੋ ਨੂੰ ਕਨੈਕਟ ਕਰਨ ਦੇ ਲਈ ਅਸੀਂ ਕਨੈਕਟਰ ਦਾ ਯੂਜ਼ ਕਰਦੇ ਹਾਂ। ਲਾਸਟ, ਫਲੋ ਲਾਈਨਸ। ਫਲੋ ਲਾਈਨਸ ਦਾ ਕੰਮ ਕੀ ਆ ਕਿ ਡਿਫਰੈਂਟ ਸਿੰਬਲ ਦੇ ਵਿੱਚ ਰਿਲੇਸ਼ਨਸ਼ਿਪ ਦਿਖਾਉਣ ਲਈ ਅਸੀਂ ਫਲੋ ਲਾਈਨ ਯੂਜ਼ ਕਰਦੇ ਹਾਂ। ਰਿਪਰੈਜ਼ੈਂਟ ਕਰਦੇ ਹਾਂ ਐਰੋ ਦੇ ਨਾਲ। ਇਹ ਦਰਸਾਉਂਦਾ ਕੀ ਆ ਡਾਇਰੈਕਸ਼ਨ ਆਫ ਫਲੋ ਆਫ ਕੰਟਰੋਲ ਅਤੇ ਡਿਫਰੈਂਟ ਸਿੰਬਲ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ। ਐਗਜ਼ਾਮਪਲ ਦੇਖਦੇ ਹਾਂ। ਡਰਾ ਏ ਫਲੋ ਚਾਰਟ ਟੂ ਇਨਪੁਟ 2 ਨੰਬਰਸ ਫਰੋਮ ਯੂਜ਼ਰ ਐਂਡ ਡਿਸਪਲੇ ਦੀ ਸਮਾਲੈਸਟ ਆਫ 2 ਨੰਬਰਸ। ਸਭ ਤੋਂ ਪਹਿਲਾਂ ਅਸੀਂ ਕੀ ਲਿਖਿਆ, ਸਟਾਰਟ, ਜਿਹੜਾ ਕਿ ਓਵਲ ਸ਼ੇਪ ਆ, ਤਾਂ ਇੱਥੋਂ ਅਸੀਂ ਸਮਝ ਗਏ ਕਿ ਇਹ ਸਟਾਰਟ ਜਾਂ ਐਂਡ ਰਿਪਰੈਜ਼ੈਂਟ ਕਰਦਾ। ਅਸੀਂ ਵਿੱਚ ਲਿਖ ਦਿੱਤਾ ਹੋਇਆ ਸਟਾਰਟ, ਇਹਦਾ ਮਤਲਬ ਕੀ ਆ, ਇੰਡੀਕੇਟ ਕਰ ਰਿਹਾ ਇੱਥੇ ਸਾਡਾ ਜਿਹੜਾ ਪ੍ਰੋਸੈਸ ਆ ਉਹ ਸਟਾਰਟ ਹੋ ਰਿਹਾ। ਨੈਕਸਟ, ਪੈਰਲੋਗ੍ਰਾਮ ਆ, ਇੱਥੋਂ ਕੀ ਇੰਡੀਕੇਟ ਹੋ ਰਿਹਾ ਕਿ ਇੱਥੇ ਕੋਈ ਇਨਪੁਟ ਆਊਟਪੁੱਟ ਆਪਰੇਸ਼ਨ ਹੋ ਰਿਹਾ ਆ। ਵਿੱਚ ਅਸੀਂ ਲਿਖਿਆ ਹੋਇਆ ਇਨਪੁਟ ਨੰਬਰ 1, ਤਾਂ ਕਲੀਅਰ ਹੋ ਜਾਂਦਾ ਆ ਕਿ ਅਸੀਂ ਨੰਬਰ 1 ਇਨਪੁਟ ਕਰਵਾ ਰਹੇ ਹਾਂ ਯੂਜ਼ਰ ਕੋਲੋਂ। ਉਸ ਤੋਂ ਬਾਅਦ ਫਿਰ ਪੈਰਲੋਗ੍ਰਾਮ ਮਤਲਬ ਕੋਈ ਇਨਪੁਟ ਆਊਟਪੁੱਟ ਆਪਰੇਸ਼ਨ ਹੋ ਰਿਹਾ ਆ। ਵਿੱਚ ਲਿਖਿਆ ਹੋਇਆ ਇਨਪੁਟ ਨੰਬਰ 2 ਅਸੀਂ ਐਂਟਰ ਕਰਵਾ ਰਹੇ ਹਾਂ। ਦੈਨ ਡਾਇਮੰਡ ਸ਼ੇਪ ਮਤਲਬ ਕੋਈ ਡਿਸੀਜ਼ਨ ਲਿਆ ਜਾ ਰਿਹਾ ਆ। ਕਿਹੜਾ ਲਿਆ ਜਾ ਰਿਹਾ ਆ, ਨੰਬਰ 1 ਲੈਸ ਦੈਨ ਨੰਬਰ 2। ਜੇ ਟਰੂ ਆਉਂਦਾ ਆ ਤਾਂ ਕੀ ਕਰਦੇ ਹਾਂ, ਅਸੀਂ ਡਿਸਪਲੇ ਕਰਵਾ ਦਿੰਦੇ ਹਾਂ। ਰੈਕਟੈਂਗਲ ਮਤਲਬ ਕੋਈ ਪ੍ਰੋਸੈਸ ਹੋ ਰਿਹਾ, ਕਿਹੜਾ ਪ੍ਰੋਸੈਸ ਹੋ ਰਿਹਾ ਆ, ਨੰਬਰ ਨੂੰ ਡਿਸਪਲੇ ਕਰਵਾਉਣ ਦਾ। ਨੰਬਰ 1 ਛੋਟਾ ਸੀਗਾ, ਨੰਬਰ 1 ਡਿਸਪਲੇ ਹੋ ਗਿਆ ਜੇ ਇਹ ਟਰੂ ਹੁੰਦਾ ਆ। ਜੇ ਫਾਲਸ ਹੁੰਦਾ ਆ ਤਾਂ ਨੰਬਰ 2 ਡਿਸਪਲੇ ਹੋ ਜਾਂਦਾ ਆ। ਦੋਨਾਂ ਵਿੱਚੋਂ ਇੱਕ ਹੀ ਵਰਕ ਕਰੇਗਾ। ਉਸ ਤੋਂ ਬਾਅਦ ਅਸੀਂ ਦੋਨਾਂ ਨੂੰ ਜੁਆਇਨ ਕਰ ਰਹੇ ਹਾਂ ਸਰਕਲ ਨਾਲ, ਮਤਲਬ ਇੱਥੇ ਦੋ ਜਿਹੜੇ ਪ੍ਰੋਸੈਸ ਆ ਜੁਆਇਨ ਹੋ ਰਹੇ ਆ। ਅਤੇ ਲਾਸਟ ਵਿੱਚ ਓਵਲ ਸ਼ੇਪ ਮਤਲਬ ਜਾਂ ਇਹ ਸਟਾਰਟ ਆ ਜਾਂ ਟਰਮੀਨਲ ਜਾਂ ਸਟਾਪ ਆ। ਇੱਥੇ ਵਿੱਚ ਸਟਾਪ ਲਿਖਿਆ ਹੋਇਆ ਮਤਲਬ ਕੀ ਆ, ਇੱਥੇ ਸਾਡਾ ਪ੍ਰੋਸੈਸ ਜਿਹੜਾ ਆ ਉਹ ਸਟਾਪ ਹੋ ਰਿਹਾ ਆ। ਸੋ ਅਸੀਂ ਸਿੰਬਲਸ ਦੇ ਨਾਲ ਬੜਾ ਬਿਊਟੀਫੁਲੀ ਜਿਹੜਾ ਸਾਡਾ ਪ੍ਰੋਬਲਮ ਸੀ ਉਹਨੂੰ ਅਸੀਂ ਦਰਸਾ ਸਕਦੇ ਹਾਂ। ਇਹਨੂੰ ਦੇਖ ਕੇ ਅਸੀਂ ਸਮਝ ਸਕਦੇ ਹਾਂ। ਇਹਨੂੰ ਦੇਖ ਕੇ ਕੋਈ ਜਿਹੜਾ ਪ੍ਰੋਗਰਾਮਰ ਆ, ਕੋਡਰ ਆ, ਇਹਨੂੰ ਕੋਡ ਦੇ ਵਿੱਚ ਕਨਵਰਟ ਕਰ ਸਕਦਾ ਹੈ। ਲਾਸਟ ਟੌਪਿਕ, ਡਿਬਗਿੰਗ। ਡਿਬਗਿੰਗ ਅਸੀਂ ਪਹਿਲਾਂ ਵੀ ਪੜ੍ਹ ਲਿਆ ਹੋਇਆ ਆ। ਪ੍ਰੋਸੈਸ ਆਫ ਫਿਕਸਿੰਗ ਏ ਬਗ ਇਨ ਦੀ ਸੋਫਟਵੇਅਰ। ਬਗਸ ਕੀ ਹੁੰਦੇ ਆ, ਸਿੰਟੈਕਸ ਅਤੇ ਲੌਜੀਕਲ ਐਰਰ। ਇਹਨੂੰ ਆਇਡੈਂਟੀਫਾਈ ਕਰਨਾ, ਐਨਾਲਾਈਜ਼ ਕਰਨਾ ਅਤੇ ਰਿਮੂਵ ਕਰਨਾ ਆ। ਰਿਮੂਵ ਕਰਦੇ ਟਾਈਮ ਦੇਖਣਾ ਕਿ ਕਿਸੇ ਹੋਰ ਇੱਕ ਬਗ ਨੂੰ ਰਿਮੂਵ ਕਰਦੇ ਟਾਈਮ ਕੋਈ ਨਵਾਂ ਬਗ ਨਾ ਜਨਰੇਟ ਹੋ ਜਾਵੇ। ਇਹ ਜਿਹੜਾ ਆ ਡਿਬਗਿੰਗ ਪ੍ਰੋਸੈਸ ਆ, ਇਹ ਵੀ ਕਾਫੀ ਇੰਪੋਰਟੈਂਟ ਪ੍ਰੋਸੈਸ ਆ। ਇਹ ਥਰੂ ਆਊਟ ਜਿਹੜਾ ਸਾਡਾ ਸਾਈਕਲ ਆ, ਡਿਵੈਲਪਮੈਂਟ ਸਾਈਕਲ ਆ, ਉਹਦੇ ਨਾਲ ਚੱਲਦਾ ਰਹਿੰਦਾ ਆ। ਇਹ ਰੈਫਰੈਂਸਿਸ ਨੇ ਕੁਛ, ਅਤੇ ਇੱਕ ਰਿਕਮੈਂਡੇਸ਼ਨ ਆ ਕਿ ਲੈਟ ਅਸ ਸੀ ਬਾਏ ਜਸ਼ਵੰਤ ਕਨੇਤਕਰ। ਸਾਰੇ ਜਾਣੇ ਪਰਚੇਜ਼ ਕਰੋ ਇਹਨੂੰ, ਬੁੱਕ ਕਵਰ ਟੂ ਕਵਰ, ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਾਰ-ਬਾਰ ਪੜ੍ਹੋ ਜੇ ਤੁਸੀਂ ਚਾਹੁੰਦੇ ਹੋ ਤੁਹਾਡੀ ਜਿਹੜੀ ਪ੍ਰੋਗਰਾਮਿੰਗ ਸਕਿੱਲਸ ਨੇ ਉਹ ਚੰਗੀਆਂ ਹੋਣ। ਥੈਂਕ ਯੂ।